सत श्री अकाल, नमस्कार, आदाब। मैं हाँ बलबीर जंडू, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਇੰਗਲੈਂਡ ਦੇ ਵਿੱਚ ਇਸ ਵੇਲੇ ਜਿਹੜੀਆਂ ਰਾਜਸੀ ਘਟਨਾਵਾਂ ਵਾਪਰ ਰਹੀਆਂ, ਉਸ ਨੇ ਸਾਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਖਾਸ ਕਰਕੇ ਇਸ ਕਰਕੇ ਕਿ ਉੱਥੇ ਬ੍ਰਿਟਿਸ਼ ਇੰਡੀਅਨ ਰਿਸ਼ੀ ਸੁਨਕ ਜਿਹੜੇ ਕਿ ਉੱਥੋਂ ਦੇ ਪ੍ਰਧਾਨ ਮੰਤਰੀ ਬਣੇ ਔਰ ਉਸ ਦੇ ਲਈ ਉਹ ਸਰਬਸੰਮਤੀ ਲਗਭਗ ਉਹਨਾਂ ਦੀ ਪਾਰਟੀ 'ਚ ਬਣ ਗਈ ਕਿ ਉਹ ਉਹਨਾਂ ਦੀ ਅਗਵਾਈ ਕਰਨ। ਔਰ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਦੀ ਸਥਿਤੀ ਸੀ, ਉਸ ਦੇ ਵਿੱਚ ਜਿਹੜੇ ਹੋਰ ਉਮੀਦਵਾਰ ਸੀ ਉਹ ਮੈਦਾਨ 'ਚੋਂ ਪਾਸੇ ਹੋ ਗਏ, ਤਾਂ ਉਹਨਾਂ ਨੇ ਇਸ ਅਹੁਦੇ 'ਚ ਇਕੱਲੇ ਅੱਗੇ ਰਹਿ ਗਏ। ਤਾਂ ਉਸ ਦੇ ਵਿੱਚ ਹੁਣ ਉਹਨਾਂ ਨੂੰ ਬਕਾਇਦਾ ਨਿਯੁਕਤੀ ਜਿਹੜੀ ਹੈ ਬਾਦਸ਼ਾਹ ਵੱਲੋਂ, ਸਮਰਾਟ ਵੱਲੋਂ, ਚਾਰਲਸ ਵੱਲੋਂ ਦੇ ਦਿੱਤੀ ਗਈ ਹੈ ਔਰ ਉਹ ਸਹੁੰ ਵੀ ਚੱਕ ਲੈਣਗੇ ਹੁਣ ਜਲਦੀ। ਪਰ ਇਹ ਜ਼ਰੂਰ ਹੈ ਕਿ ਉਹ ਜਿਸ ਤਰ੍ਹਾਂ ਭਾਰਤੀ ਮੂਲ ਦੇ ਹੋਣ ਕਰਕੇ ਔਰ ਜਿਹੜੀ ਗੱਲ ਉਹਨਾਂ ਨੇ ਕਹੀ ਕਿ ਮੈਨੂੰ ਹਿੰਦੂ ਹੋਣ ਤੇ ਮਾਣ ਹੈ, ਜਾਂ ਉਹਨਾਂ ਨੇ ਆਪਣੀ ਇਸ ਤਰ੍ਹਾਂ ਦਾ ਜਿਹੜਾ ਸੱਭਿਆਚਾਰ ਦੀ ਗੱਲ ਕੀਤੀ ਹੈ, ਤੇ ਜਿਸ ਤਰ੍ਹਾਂ ਉਹ ਜਦੋਂ MP ਬਣੇ ਸੀ ਪਹਿਲੀ ਵਾਰ, ਉਹਨਾਂ ਨੇ ਗੀਤਾ ਤੇ ਹੱਥ ਰੱਖ ਕੇ ਆਪਣੀ ਸਹੁੰ ਚੁੱਕੀ ਸੀ MP ਵਜੋਂ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਬੜੀਆਂ ਇਸ ਵੇਲੇ ਚਰਚਾ ਦੇ ਵਿੱਚ ਨੇ। ਚਰਚਾ ਪੰਜਾਬ ਵਿੱਚ ਇਸ ਕਰਕੇ ਜ਼ਿਆਦਾ ਹੈ ਕਿ ਉਹਨਾਂ ਦੇ ਜਿਹੜੇ ਵੱਡੇ ਵਡੇਰੇ ਸੀ ਉਹ ਇੱਥੋਂ ਦੇ ਪੰਜਾਬ ਨਾਲ ਜੁੜੇ ਹੋਏ ਸੀ, ਇੱਥੋਂ ਦੇ ਵਾਸੀ ਸੀ। ਜਿਹੜਾ ਸਾਂਝਾ ਜਦੋਂ ਸੀਗਾ ਦੇਸ਼, ਜਦੋਂ ਪਾਕਿਸਤਾਨ ਨਹੀਂ ਸੀ ਬਣਿਆ, ਤਾਂ ਉਹਨਾਂ ਦਾ ਪਰਿਵਾਰ ਗੁਜਰਾਂਵਾਲਾ ਜਿਹੜਾ ਇਸ ਵੇਲੇ ਪਾਕਿਸਤਾਨੀ ਪੰਜਾਬ ਦੇ ਵਿੱਚ ਹੈ, ਉੱਥੇ ਰਹਿੰਦੇ ਸੀ। ਔਰ ਉਹਨਾਂ ਦੇ ਜਿਹੜੇ ਰਿਸ਼ੀ ਸੁਨਾਕ ਦੇ ਨਾਨਕੇ ਹੈ ਉਹ ਲੁਧਿਆਣਾ ਦੇ ਪਿੰਡ ਜੱਸੋਵਾਲ ਸੂਦਾਂ ਦੇ ਵਿੱਚ ਜਿਹੜੇ ਆ ਅੱਜ ਰਿਪੋਰਟ ਹੋਇਆ, ਜਿਹੜੇ ਵੱਖ-ਵੱਖ ਥਾਵਾਂ ਤੋਂ ਅਖਬਾਰਾਂ 'ਚ ਛਪਿਆ। ਸੋ ਇਹ ਸਾਰੀ ਸਥਿਤੀ ਦੇ ਵਿੱਚ ਅਸੀਂ ਚਰਚਾ ਕਰਾਂਗੇ ਕਿ ਉਹਨਾਂ ਦਾ ਉੱਥੇ ਬਣਨਾ ਕਿਸ ਤਰ੍ਹਾਂ ਦੀ ਜਿਹੜੀ ਉੱਥੇ ਸਥਿਤੀ ਪੈਦਾ ਹੋਏਗੀ ਔਰ ਭਾਰਤ ਲਈ ਉਸਦੇ ਕਿਸ ਤਰ੍ਹਾਂ ਦੇ ਨਤੀਜੇ ਸਾਹਮਣੇ ਆਉਣਗੇ। ਇਹ ਸਾਰੀ ਜਿਹੜੀ ਸਥਿਤੀ ਹੈ ਉਸ ਤੇ ਉਸੇ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਪ੍ਰੋਫੈਸਰ ਮੁਹੰਮਦ ਖਾਲਿਦ, ਜਿਹੜੇ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਰਾਜਨੀਤੀ ਸ਼ਾਸਤਰ ਵਿਭਾਗ ਦੇ ਵਿੱਚ ਪ੍ਰੋਫੈਸਰ ਨੇ ਔਰ ਖਾਸ ਕਰਕੇ ਜੀਓ ਪੋਲਿਟਿਕਸ ਦੇ ਵਿੱਚ, ਕੌਮਾਂਤਰੀ ਪੋਲਿਟਿਕਸ ਦੇ ਵਿੱਚ ਜੋ ਵੀ ਵਰਤਾਰੇ ਵਾਪਰਦੇ ਆ, ਘਟਨਾਵਾਂ ਵਾਪਰਦੀਆਂ, ਔਰ ਖਾਸ ਕਰਕੇ ਜਿਹੜੀਆਂ ਇਸ ਤਰ੍ਹਾਂ ਦੀਆਂ ਇਤਿਹਾਸਕ ਘਟਨਾਵਾਂ ਉਹਨਾਂ ਤੇ ਉਹਨਾਂ ਦੀ ਨਜ਼ਰ ਰਹਿੰਦੀ ਹੈ, ਉਹ ਉਹਨਾਂ ਦੇ ਬਾਰੇ ਉਹਨਾਂ ਦੀ ਇੱਕ ਆਪਣੀ ਰਾਏ ਹੈ। ਅਸੀਂ ਉਹਨਾਂ ਤੋਂ ਜਾਣਨਾ ਚਾਹਾਂਗੇ ਕਿ ਉਹ ਇਸ ਜੋ ਵਰਤਾਰਾ ਇੰਗਲੈਂਡ 'ਚ ਵਾਪਰਿਆ, ਜਿਸ ਨੂੰ ਦੁਨੀਆ ਦੇ ਵੱਖ-ਵੱਖ ਆਗੂ ਵੀ, ਬਾਈਡਨ ਜਿਹੜੇ ਅਮਰੀਕਾ ਦੇ ਪ੍ਰੈਜ਼ੀਡੈਂਟ, ਉਹਨਾਂ ਨੇ ਵੀ ਇਸ ਨੂੰ ਇੱਕ ਇਤਿਹਾਸਕ ਵਰਤਾਰਾ ਕਿਹਾ ਔਰ ਇੰਗਲੈਂਡ ਦੇ ਵਿੱਚ ਵੀ ਵੱਖ-ਵੱਖ ਅਖਬਾਰਾਂ 'ਚ ਜੋ ਛਪਿਆ ਉਸ ਦੇ ਵਿੱਚ ਉਹਨਾਂ ਨੇ ਇਸ ਨੂੰ ਇਤਿਹਾਸਕ ਕਹਿ ਕੇ ਇਹ ਸਾਰੀ ਗੱਲ ਨੂੰ ਪੇਸ਼ ਕੀਤਾ। ਪ੍ਰੋਫੈਸਰ, ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਜੀ ਮਿਹਰਬਾਨੀ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਜੰਡੂ ਸਾਹਿਬ। ਪ੍ਰੋਫੈਸਰ, ਤੁਸੀਂ ਇਸ ਸਾਰੇ ਵਰਤਾਰੇ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਦੇਖੋ ਜੰਡੂ ਸਾਹਿਬ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਕਿ ਇੰਗਲੈਂਡ ਦੇ ਵਿੱਚ ਇੱਕ ਏਸ਼ੀਆਈ ਮੂਲ ਦਾ ਜਾਂ ਇੰਡੀਅਨ ਪਿਛੋਕੜ ਦਾ ਕੋਈ ਬੰਦਾ, ਇੰਡੀਅਨ ਐਥਨਿਕਸਿਟੀ ਦਾ ਬੰਦਾ ਪ੍ਰਧਾਨ ਮੰਤਰੀ ਬਣੇ, ਇੱਕ ਤਾਂ ਇੱਕ ਇਤਿਹਾਸਕ ਚੀਜ਼ ਹੈ, ਇਹਨੂੰ ਤਾਂ ਆਪਾਂ ਡਿਨਾਈ ਨਹੀਂ ਕਰ ਸਕਦੇ ਜੀ। ਲੇਕਿਨ ਇਹਦੇ ਵਿੱਚ ਜਿਸ ਤਰੀਕੇ ਦੇ ਨਾਲ ਇੰਡੀਅਨ ਸੋਸ਼ਲ ਮੀਡੀਆ ਦੇ ਉੱਪਰ ਇੱਕ ਬਹੁਤ ਵੱਡਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਹ ਬ੍ਰਾਹਮਣ ਹੈ ਜਾਂ ਨਹੀਂ ਹੈ, ਉਹ ਹਿੰਦੂ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸੈਕੰਡਰੀ ਹੈ। ਪ੍ਰਾਇਮਰੀ ਚੀਜ਼ ਇਹ ਹੈਗੀ ਹੈ ਕਿ ਰਿਸ਼ੀ ਸੁਨਕ ਦਾ ਇੰਡੀਆ ਦੇ ਨਾਲ ਪ੍ਰੈਕਟੀਕਲੀ ਕੋਈ ਸੰਬੰਧ ਨਹੀਂ ਹੈ, ਕਿਉਂਕਿ ਉਹਨਾਂ ਦੇ ਦਾਦੇ ਇੱਥੋਂ ਚਲੇ ਗਏ, ਅਫਰੀਕਾ ਚਲੇ ਗਏ, ਅਫਰੀਕਾ ਦੇ ਵਿੱਚੋਂ ਇੰਗਲੈਂਡ ਚਲੇ ਗਏ। ਉਹ ਨਾ ਉਹਨਾਂ ਦਾ ਫਾਦਰ ਇੰਡੀਆ 'ਚ ਪੈਦਾ ਹੋਇਆ, ਨਾ ਉਹਨਾਂ ਦਾ ਉਹ ਖੁਦ ਇੰਡੀਆ 'ਚ ਪੈਦਾ ਹੋਏ। ਉਹਨਾਂ ਦਾ ਇੰਡੀਆ ਨਾਲ ਇੱਕੋ ਹੀ ਸੰਬੰਧ ਹੈ ਕਿ ਉਹਨਾਂ ਦੇ ਇਨ-ਲॉज ਜਿਹੜੇ ਹੈਗੇ ਆ ਇਨਫੋਸਿਸ ਵਾਲੇ ਹੈਗੇ ਆ, ਜਿਹੜਾ ਕਿ ਉਹਨਾਂ ਦੀ ਬੇਟੀ ਨੂੰ ਉਹ ਅਮਰੀਕਾ ਦੇ ਵਿੱਚ ਮਿਲੇ ਜਿਸ ਵੇਲੇ MBA ਕਰ ਰਹੇ ਸੀਗੇ, ਤੇ ਉੱਥੋਂ ਉਹਨਾਂ ਦੀ ਚਲੋ ਸ਼ਾਦੀ ਹੋ ਗਈ। ਉਹ ਇੱਕ ਚੀਜ਼ ਤਾਂ ਹੈ, ਲੇਕਿਨ ਆਪਾਂ ਇਹ ਕਹੀਏ ਕਿ ਕਿਉਂਕਿ ਉਹ ਇੰਡੀਅਨ ਮੂਲ ਦੇ ਹੈ ਤੇ ਹਿੰਦੂ ਹੈ ਜਾਂ ਬ੍ਰਾਹਮਣ ਹੈ, ਇਸ ਕਰਕੇ ਉਹਨਾਂ ਦੀ ਬਹੁਤ ਜ਼ਿਆਦਾ ਅਟੈਚਮੈਂਟ ਹੋਏਗੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਦੇਖੋ, ਜਿਸ ਵੇਲੇ ਬ੍ਰਿਟਨ ਦਾ ਕੋਈ ਵੀ ਪ੍ਰਧਾਨ ਮੰਤਰੀ ਬਣਦਾ ਹੈ, ਉਹ ਸਭ ਤੋਂ ਪਹਿਲਾਂ ਦੇਸ਼ ਦੇ ਰਾਸ਼ਟਰੀ ਹਿੱਤ ਨੂੰ ਸਾਹਮਣੇ ਰੱਖਦਾ ਹੈ, ਔਰ ਰਿਸ਼ੀ ਸੁਨਕ ਨੂੰ ਤਾਂ ਖਾਸ ਤੌਰ ਤੇ ਜ਼ਿਆਦਾ ਰੱਖਣਾ ਪਊਗਾ ਕਿਉਂਕਿ ਉਹ ਨੌਨ ਵਾਈਟ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਹੈ। ਔਰ ਇਹਦੇ ਨਾਲ ਇੱਕ ਹੋਰ ਚੀਜ਼ ਬੜੀ ਇੰਪੋਰਟੈਂਟ ਜਿਹੜੀ ਹੈ ਉਹ ਇਹ ਹੈ ਕਿ
ਬ੍ਰੈਕਸਿਟ ਦੇ ਬਾਅਦ ਜਿਹੜੀ ਇਕਨੋਮੀ ਹੈ ਬ੍ਰਿਟਨ ਦੀ, ਉਹ ਬੜੀ ਬੁਰੀ ਤਰ੍ਹਾਂ ਨਾਲ ਚਰਮਰਾਈ ਹੋਈ ਹੈ, ਔਰ ਉਸ ਦੀ ਵਜ੍ਹਾ ਕਰਕੇ 3 ਪ੍ਰਧਾਨ ਮੰਤਰੀ ਖਾ ਚੁੱਕੀ ਹੈ। ਪਹਿਲਾਂ 7 ਥੈਰੇਸਾ ਹਫ਼ਤਿਆਂ ਦੇ ਮੇ, ਵਿੱਚ। ਜੀ ਜੀ। ਫਿਰ ਥੈਰੇਸਾ ਮੇ, ਉਸ ਤੋਂ ਬਾਅਦ ਇਹ ਆਪਣਾ ਬੋਰਿਸ ਜੌਨਸਨ ਤੇ ਲੀਜ਼ਾ ਟਰਸ। ਇਹ ਤਾਂ ਰੀਸੈਂਟ ਹੈਗੇ ਆ ਜਿਹਨੇ ਸਿਰਫ ਇਕਨੋਮਿਕ ਵਜੂਹਾਤ ਕਰਕੇ ਉਹ ਨਹੀਂ ਚੱਲ ਸਕੇ। ਇਸ ਕਰਕੇ ਇਹ ਐਕਸਪੈਕਟ ਕੀਤਾ ਜਾਂਦਾ ਹੈ ਕਿ ਰਿਸ਼ੀ ਸੁਨਕ ਕਿਉਂਕਿ ਇੱਕ ਫਾਈਨਾਂਸ ਦੇ ਬੰਦੇ ਹੈ, ਕਾਰਪੋਰੇਟ ਦੇ ਬੰਦੇ ਹੈ, ਇਸ ਕਰਕੇ ਹੋ ਸਕਦਾ ਹੈ ਬ੍ਰਿਟਿਸ਼ ਇਕਨੋਮੀ ਨੂੰ ਇਸ ਸਿਚੁਏਸ਼ਨ ਦੇ ਵਿੱਚੋਂ ਕੱਢ ਸਕਣ। ਲੇਕਿਨ ਇਸ ਵੇਲੇ ਜਿਹੜਾ ਦੌਰ ਹੈ ਸਿਰਫ ਇਕਨੋਮੀ ਦਾ ਹੀ ਦੌਰ ਨਹੀਂ ਹੈ, ਉਹ ਜੀਓਪੋਲਿਟਿਕਸ ਦਾ ਤੇ ਇੰਟਰਨੈਸ਼ਨਲ ਰਿਲੇਸ਼ਨਸ ਦਾ ਵੀ ਦੌਰ ਹੈ। ਔਰ ਉਹਦੇ ਵਿੱਚ ਰਿਸ਼ੀ ਸੁਨਕ ਦੀ ਇੰਨੀ ਜ਼ਿਆਦਾ ਭੂਮਿਕਾ ਜਾਂ ਇੰਨੀ ਜ਼ਿਆਦਾ ਐਕਸਪਰਟੀਜ਼ ਨਹੀਂ ਹੈ। ਉਹ ਵੀ ਦੇਖਣਾ ਪਏਗਾ, ਖਾਸ ਤੌਰ ਪਰ ਜਿਸ ਵੇਲੇ ਆਪਾਂ ਦੇਖ ਰਹੇ ਹਾਂ ਕਿ ਯੂਕਰੇਨ ਦੇ ਵਿੱਚ ਯੁੱਧ ਹੋ ਰਿਹਾ ਹੈ, ਔਰ ਬ੍ਰਿਟਨ ਨੇ ਪੂਰੀ ਕਮਿਟਮੈਂਟ ਜਿਹੜੀ ਹੈਗੀ ਹੈ ਯੂਕਰੇਨ ਨਾਲ ਰੱਖੀ ਹੋਈ ਹੈ। ਕਿਆ ਉਹ ਕੰਟੀਨਿਊ ਰਹਿੰਦੀ ਹੈ ਜਾਂ ਨਹੀਂ ਰਹਿੰਦੀ? ਬ੍ਰਿਟਨ ਦੇ ਵਿੱਚ ਟੈਕਸ ਸਿਸਟਮ ਜਿਹੜਾ ਹੈਗਾ, ਕਿਆ ਉਹਨੂੰ ਰਿਡਿਊਸ ਕੀਤਾ ਜਾਏਗਾ ਜਾਂ ਨਹੀਂ ਕੀਤਾ ਜਾਏਗਾ? ਇੱਕ ਹੋਰ ਇਹਦੇ ਵਿੱਚ ਐਡ ਮੈਂ ਗੱਲ ਕਰਦਿਆਂ ਕਿ ਬ੍ਰਿਟਿਸ਼ ਸੁਨਕ ਜਿਹੜੇ ਰਿਸ਼ੀ ਸੁਨਕ ਹੈ, ਉਹ ਬ੍ਰਿਟਿਸ਼ ਦੇ ਲੋਕਾਂ ਦੀ ਮੈਂਡੇਟ ਲੈ ਕੇ ਨਹੀਂ ਆਏ ਹੋਏ, ਬਿਲਕੁਲ ਠੀਕ। ਬਲਕਿ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਜਿਹੜੀ ਉਥਲ ਪਥਲ ਚੱਲ ਰਹੀ ਹੈ, ਉਹਦੀ ਬਾਈ ਪ੍ਰੋਡਕਟ ਹੈਗੇ ਇਹ ਜਿਹੜੀ ਐਮਪੀਜ਼ ਦੀ ਜਿਹੜੀ ਆਪਸ ਦੇ ਵਿੱਚ ਡਿਵੀਜ਼ਨ ਹੈ, ਉਹਦੇ ਵਿੱਚੋਂ ਨਿਕਲੇ ਹੋਏ ਇਹ ਹੈਗੇ। ਅਦਰਵਾਈਜ਼ ਤਾਂ ਇੱਕ ਜਿਵੇਂ ਹੋਟਲ ਦਾ ਰੋਟੇਟ ਕਰ ਰਿਹਾ ਹੋਇਆ ਦਰਵਾਜ਼ਾ, ਇੱਕ ਬੰਦਾ ਵੜ ਗਿਆ ਤੇ ਦੂਜਾ ਨਿਕਲ ਗਿਆ, ਉਹ ਇਸ ਵੇਲੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰਸ਼ਿਪ ਦੇ ਵਿੱਚ ਚੱਲ ਰਹੀ ਹੈ। ਔਰ ਇਹ ਦੇਖਣਾ ਪਏਗਾ ਕਿ ਉਹ ਕਿਸ ਤਰੀਕੇ ਦੇ ਨਾਲ ਇਹਨੂੰ ਸੰਭਾਲਦੇ ਆ। ਬਾਕੀ ਚੀਜ਼ਾਂ ਸੈਕੰਡਰੀ ਹੈ, ਜਿਸ ਤਰੀਕੇ ਦੇ ਨਾਲ ਇਹ ਪ੍ਰੋਜੈਕਟ ਕੀਤਾ ਜਾ ਰਿਹਾ ਹੈ ਕਿ ਦੇਖੋ ਆਪਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ, ਪਿਛਲੀ ਜਿਹੜੀ ਹੋਮ ਮਿਨਿਸਟਰ ਸੀਗੀ ਜਿਨ੍ਹਾਂ ਨੇ ਅਸਤੀਫਾ ਦਿੱਤਾ ਪ੍ਰੀਤੀ ਬਵਾਰਨਾ, ਪਟੇਲ। ਜੀ ਜੀ। ਹਾਂਜੀ, ਹਾਂਜੀ ਉਹਨਾਂ ਨੇ ਹਾਂਜੀ। ਖੁਦ ਇੰਡੀਅਨ ਮੂਲ ਦੀ ਹੋਣ ਦੇ ਬਾਵਜੂਦ ਉਹਨਾਂ ਨੇ ਇੰਡੀਆ ਦੇ ਅਗੇਂਸਟ ਕਿੰਨਾ ਬਿਆਨ ਦਿੱਤਾ ਹੈ ਇੰਡੀਅਨਸ ਦੇ ਬਾਰੇ ਕਿ ਓਵਰਸਟੇ ਜ਼ਿਆਦਾ ਕਰਦੇ ਆ, ਸਭ ਤੋਂ ਜ਼ਿਆਦਾ ਜਿਹੜੀ ਵੀਜ਼ਾ ਦੀ ਵਾਇਲੇਸ਼ਨ ਇਹ ਕਰਦੇ ਆ, ਅਸੀਂ ਅੱਖਾਂ ਮੀਚ ਕੇ ਜਿਹੜਾ ਹੈਗਾ ਆਪਣੀ ਡੋਰ ਨਹੀਂ ਖੋਲ ਸਕਦੇ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਇਹ ਦਰਸਾਉਂਦੀਆਂ ਕਿ ਜਿਸ ਵੇਲੇ ਤੁਸੀਂ ਇੱਕ ਦੂਸਰੇ ਕੰਟਰੀ ਦੀ ਇੰਪੋਰਟੈਂਟ ਪੋਜੀਸ਼ਨ ਤੇ ਪਹੁੰਚਦੇ ਹੋ ਤਾਂ ਉਸ ਕੰਟਰੀ ਦਾ ਰਾਸ਼ਟਰੀ ਹਿੱਤ ਦੇਖਣਾ ਪੈਂਦਾ ਹੈ, ਨਾ ਕਿ ਇਹ ਦੇਖਣਾ ਪੈਂਦਾ ਕਿ ਮੇਰਾ ਮੂਲ ਕੀ ਹੈ ਤੇ ਮੇਰਾ ਧਰਮ ਕੀ ਹੈ, ਤੇ ਇਹ ਸਾਰੀਆਂ ਚੀਜ਼ਾਂ ਸੈਕੰਡਰੀ ਹੋ ਜਾਂਦੀਆਂ। ਇਹ ਜਿਸ ਤਰ੍ਹਾਂ ਪ੍ਰੋਫੈਸਰ ਤੁਸੀਂ ਇਹ ਗੱਲ ਕੀਤੀ ਹੈ, ਉੱਥੋਂ ਦੀ ਜਿਹੜੀ ਸਿਆਸੀ ਉਥਲ ਪੁਥਲ ਹੈ, ਉੱਥੋਂ ਦੀ ਜਿਹੜੀ ਆਰਥਿਕ ਉਥਲ ਪੁਥਲ ਹੈ, ਜਿਹੜੀ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਹੈਗੀ ਆ, ਉਹਦੇ ਵਿੱਚ ਜੀ ਸਭ ਤੋਂ ਛੋਟੀ ਉਮਰ ਦੇ ਇਹ ਪ੍ਰਾਈਮ ਮਿਨਿਸਟਰ ਬਣੇ ਆ। ਇੱਕ ਜੀ ਜੀ ਦੂਸਰਾ ਇਹ ਹੈ ਕਿ ਉਹਨਾਂ ਦਾ ਕਰੋਨਾ ਕਾਲ ਦੇ ਦੌਰਾਨ ਜਿਸ ਤਰ੍ਹਾਂ ਦਾ ਉਹਨਾਂ ਨੇ ਵਿੱਤ ਮੰਤਰੀ ਵਜੋਂ ਭੂਮਿਕਾ ਨਿਭਾਈ ਹੈ, ਉਹਦਾ ਲੋਕਾਂ 'ਚ ਇੱਕ ਆਪਣਾ ਪ੍ਰਭਾਵ ਹੈ ਕਿ ਉਦੋਂ ਉਹਨਾਂ ਨੇ ਆਰਥਿਕਤਾ ਨੂੰ, ਉੱਥੋਂ ਦੀ ਅਰਥ ਵਿਵਸਥਾ ਨੂੰ ਸਥਿਰ ਕਰਨ 'ਚ ਕਾਫੀ ਵੱਡਾ ਰੋਲ ਅਦਾ ਕੀਤਾ। ਉਹਨਾਂ ਦੀ ਜਿਹੜੀ ਯੋਜਨਾਬੰਦੀ ਸੀ, ਇੱਕ ਤਾਂ ਇਹ ਹੈਗਾ। ਦੂਸਰਾ ਇਹਦੇ ਨਾਲ ਹੀ ਜੁੜਿਆ ਸਵਾਲ ਹੈ ਕਿ ਜਿਸ ਤਰ੍ਹਾਂ ਸਾਡੇ ਪ੍ਰਵਾਸੀ ਭਾਰਤੀ ਜਿਹੜੇ ਹੈ, ਉਹਨਾਂ ਨੂੰ ਉੱਥੇ ਬੜੀਆਂ ਆਸਾਂ ਹੈਗੀਆਂ ਇਹਨਾਂ ਤੋਂ, ਜਾਂ ਭਾਰਤ ਦੇ ਜਿਹੜੇ ਸ਼ਾਸਕ ਹੈਗੇ ਇਸ ਵੇਲੇ ਉਹ ਕਹਿੰਦੇ ਆ ਕਿ ਭਾਰਤੀ ਹਿੱਤਾਂ ਦਾ ਹੁਣ ਵੱਧ ਖਿਆਲ ਰੱਖਿਆ ਜਾਏਗਾ, ਜਾਂ ਭਾਰਤ ਨਾਲ ਸੰਬੰਧ ਹੋਰ ਮਜ਼ਬੂਤ ਹੋਣਗੇ, ਜਾਂ ਜਿਹੜਾ ਇੱਕ ਵਪਾਰ ਸਮਝੌਤਾ ਜਿਹੜਾ FTA ਹੋਣਾ ਸੀਗਾ, ਉਸ ਦੇ ਲਈ ਹੋਰ ਵੀ ਰਾਹ ਪੱਧਰਾ ਹੋ ਗਿਆ। ਤੁਸੀਂ ਇਸ ਸਾਰੇ ਬਾਰੇ ਕੀ ਤੁਹਾਡਾ ਦ੍ਰਿਸ਼ਟੀਕੋਣ ਹੈ? ਤੁਸੀਂ ਇਸ ਨੂੰ ਕਿਸ ਅਰਥਾਂ 'ਚ ਲੈਂਦੇ ਹੋ? ਦੇਖੋ, ਜਿੱਥੇ ਤੱਕ ਤਾਂ ਭਾਰਤੀ ਮੂਲ ਦੇ ਪ੍ਰਵਾਸੀ ਇੰਗਲੈਂਡ ਦੇ ਵਿੱਚ ਸੈਟਲਡ ਹੈ, ਉਹ ਤਕਰੀਬਨ 10 ਲੱਖ ਦੇ ਕਰੀਬ ਹੈ, 8 ਤੋਂ 10 ਲੱਖ ਦੇ ਵਿੱਚ, ਜਿਨ੍ਹਾਂ ਵਿੱਚ ਬਹੁਤ ਸਾਰੇ ਇਲੀਗਲੀ ਵੀ ਰਹਿ ਰਹੇ ਹੈ। ਉਹਨਾਂ ਦਾ ਖੁਸ਼ ਹੋਣਾ ਇੱਕ ਸੁਭਾਵਿਕ ਗੱਲ ਹੈ ਕਿ ਉਹਨਾਂ ਵਿੱਚੋਂ ਇੱਕ ਬੰਦਾ ਪ੍ਰਧਾਨ ਮੰਤਰੀ ਬਣਿਆ ਉਸ ਦੇਸ਼ ਦਾ, ਜਿਹੜਾ ਕਿ ਸੋਚਿਆ ਵੀ ਨਹੀਂ ਜਾ ਸਕਦਾ ਸੀਗਾ। ਲੇਕਿਨ ਅਗਰ ਆਪਾਂ ਇਹ ਕਹੀਏ ਕਿ ਸਿਰਫ ਇਹੀ ਕਾਫੀ ਹੈ, ਇਹ ਨਹੀਂ ਹੈ, ਬਲਕਿ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਜਿਹੜਾ ਉੱਥੇ ਇਹਨਾਂ ਵਿੱਚ ਕਰੋਨਾ ਦੇ ਦਿਨਾਂ ਦੇ ਵਿੱਚ ਉਹਨਾਂ ਦਾ ਇੰਪੋਰਟੈਂਟ ਰੋਲ ਰਿਹਾ ਹੈ। ਜੀ ਕਰੋਨਾ ਦੇ ਦਿਨਾਂ ਦੇ ਵਿੱਚ 2-3 ਚੀਜ਼ਾਂ ਉਹਨਾਂ ਦੇ ਸਾਹਮਣੇ ਆਈਆਂ। ਨੰਬਰ 1, ਜਿਹੜਾ ਬੋਰਿਸ ਜੌਨਸਨ ਪਰ ਇਲਜ਼ਾਮ ਲੱਗਿਆ ਕਿ ਕਰੋਨਾ ਦੇ ਦਿਨਾਂ 'ਚ ਪਾਰਟੀਆਂ ਕਰਦੇ ਸੀਗੇ,
ਉਹਦੇ ਵਿੱਚ ਰਿਸ਼ੀ ਸੁਨਕ ਵੀ ਉਹਦਾ ਪਾਰਟ ਸੀ। ਜੀ ਦੂਸਰੀ ਚੀਜ਼ ਇਹ ਹੈਗੀ ਹੈ ਕਿ ਰਿਸ਼ੀ ਸੁਨਕ ਦੇ ਉੱਪਰ ਜਿਹੜੀਆਂ ਕੰਟਰੋਵਰਸੀਜ਼ ਵੀ ਕਈ ਖੜੀਆਂ, ਜਿਵੇਂ ਕਿ ਉਹਨਾਂ ਦੀ ਵਾਈਫ ਦੇ ਉੱਪਰ ਇਲਜ਼ਾਮ ਲੱਗਦਾ ਹੈ ਕਿ ਉਹਨਾਂ ਨੇ ਇਸ ਦੇ ਬਾਵਜੂਦ ਕਿ ਸੈਂਕਸ਼ਨਸ ਲੱਗੀਆਂ ਹੋਈਆਂ ਸੀਗੀਆਂ ਤਾਂ ਰਸ਼ੀਆ ਦੇ ਨਾਲ ਡੀਲਿੰਗ ਕੀਤੀ। ਤੇ ਇਸ ਤੋਂ ਇਲਾਵਾ ਇੱਕ ਬ੍ਰਿਟਿਸ਼ ਪਾਰਲੀਮੈਂਟ ਦੀ ਕਮੇਟੀ ਵੀ ਉਹਨਾਂ ਦੇ ਅਗੇਂਸਟ ਕੋਈ ਬੈਠੀ ਹੋਈ ਹੈ ਰਿਸ਼ੀ ਸੁਨਕ ਦੇ। ਇਹ ਜੀ ਚੀਜ਼ਾਂ ਵੀ ਸਾਹਮਣੇ ਹੈਗੀਆਂ ਜਿਹੜੀਆਂ ਕਿ ਪਬਲਿਕ ਵਿਊ ਦੇ ਵਿੱਚ ਇੰਨੀਆਂ ਨਹੀਂ ਹਨ। ਤਾਂ ਇਹ ਨਹੀਂ ਹੈ ਕਿ ਸਿਰਫ ਗੁੱਡੀ ਹੈ, ਕੰਟਰੋਵਰਸੀਜ਼ ਵੀ ਨਾਲ ਹੀ ਚੱਲੀਆਂ ਹੋਈਆਂ। ਤਾਂ ਇਹ ਹੁਣ ਡਿਪੈਂਡ ਕਰਦਾ ਹੈ ਕਿ ਰਿਸ਼ੀ ਸੁਨਕ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਇੱਕ ਆਰਥਿਕ ਨੀਤੀਆਂ ਬਣਾਉਂਦੇ ਆ ਜਿਹੜੀਆਂ ਕਿ ਕੰਜ਼ਰਵੇਟਿਵ ਪਾਰਟੀ ਵਾਸਤੇ, ਕਿਉਂਕਿ ਕੰਜ਼ਰਵੇਟਿਵ ਪਾਰਟੀ ਕੋਲ ਇੱਕ ਵੱਡਾ ਮੈਂਡੇਟ ਹੈ ਔਰ ਉਸ ਮੈਂਡੇਟ ਦੀ ਬੜੀ ਬੁਰੀ ਤਰ੍ਹਾਂ ਨਾਲ ਨਿਖੇਧੀ ਹੋ ਰਹੀ ਹੈ ਇੰਗਲੈਂਡ ਦੇ ਵਿੱਚ। ਇਸ ਕਰਕੇ ਹੋ ਰਹੀ ਹੈ ਕਿ ਲੋਕਾਂ ਨੇ ਮੈਂਡੇਟ ਦਿੱਤਾ ਤੇ ਤੁਸੀਂ ਆਪਸ 'ਚ ਲੜਾਈ ਝਗੜੇ ਡਿਵੀਜ਼ਨਸ ਉਹ ਸਾਰਿਆਂ ਦੀ ਵਜ੍ਹਾ ਕਰਕੇ ਉਹਨਾਂ ਪਰ ਕਾਫੀ ਜ਼ਿੰਮੇਵਾਰੀ ਰਹੇਗੀ ਕਿ ਪਾਰਟੀ ਨੂੰ ਯੂਨਾਈਟ ਕਰਨਾ, ਕਿਉਂਕਿ ਪਾਰਟੀ ਬੁਰੀ ਤਰ੍ਹਾਂ ਡਿਵਾਈਡਡ ਹੈ। ਜਿਹੜੀ ਕੰਜ਼ਰਵੇਟਿਵ ਪਾਰਟੀ ਹੈ, ਟੋਰੀ ਪਾਰਟੀ ਹੈ, ਬੁਰੀ ਤਰ੍ਹਾਂ ਡਿਵਾਈਡਡ ਹੈ ਔਰ ਉਸ ਡਿਵੀਜ਼ਨ ਨੂੰ ਕਿਵੇਂ ਯੂਨਿਟੀ 'ਚ ਬਦਲਣਾ, ਨੰਬਰ 1। ਨੰਬਰ 2, ਬ੍ਰੈਕਸਿਟ ਤੇ ਬਾਅਦ ਜਿਹੜੀ ਸਾਡੀ ਇੰਗਲੈਂਡ ਦੀ ਆਰਥਿਕ ਹਾਲਤ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਠੀਕ ਕਰਨਾ ਹੈ। ਨੰਬਰ 3, ਉਹਨਾਂ ਨੇ ਯੂਕਰੇਨ ਦੇ ਉੱਪਰ ਆਪਣਾ ਸਟੈਂਡ ਕਿਵੇਂ ਕਲੀਅਰ ਕਰਨਾ ਹੈ। ਨੰਬਰ 4, ਅਮਰੀਕਾ ਦੇ ਨਾਲ ਉਹਨਾਂ ਦੀ ਰਿਲੇਸ਼ਨਸ਼ਿਪ ਜਿਹੜੀ ਹੈਗੀ ਹੈ ਔਰ ਨੈਟੋ ਕੰਟਰੀਜ਼ ਦੇ ਨਾਲ ਉਹਨਾਂ ਦੀ ਰਿਲੇਸ਼ਨਸ਼ਿਪ ਕਿਵੇਂ ਜਿਹੜੀ ਹੈਗੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਨਵੀਂ ਦਿਸ਼ਾ ਲੈਗੀ ਉਹਨਾਂ ਦੀ ਲੀਡਰਸ਼ਿਪ ਦੇ ਅੰਡਰ। ਉਸ ਤੋਂ ਬਾਅਦ ਆਉਂਦਾ ਹੈ ਕਿ ਆਸੀਆਨ ਦੇ ਨਾਲ, ਇੰਡੀਆ ਦੇ ਨਾਲ ਸਮਝੌਤੇ ਜਾਂ FTA ਵਗੈਰਾ ਦੀ ਤੁਸੀਂ ਗੱਲ ਕੀਤੀ ਹੈ। ਮੈਂ ਤੁਹਾਨੂੰ ਦੱਸਦਾ ਕਿ ਬ੍ਰੈਕਸਿਟ ਦੇ ਬਾਅਦ ਜਿਸ ਵੇਲੇ ਇੰਗਲੈਂਡ ਬਿਲਕੁਲ ਕੱਲਾ ਰਹਿ ਗਿਆ, ਬਾਕੀ ਸਾਰੇ ਕੰਟਰੀ ਹੋ ਗਏ, ਕੋਈ ਨਾ ਕੋਈ ਕ੍ਰਾਈਸਿਸ ਆਉਂਦਾ ਰਿਹਾ, ਉਹਦੇ ਵਿੱਚ ਇੰਡੀਆ ਇੱਕ ਨੈਚੁਰਲ ਦੋਸਤ ਦੇ ਤੌਰ ਤੇ ਉੱਭਰੇਗਾ, ਚਾਹੇ ਕੋਈ ਵੀ ਪਾਰਟੀ ਜਾਂ ਕੋਈ ਵੀ ਪ੍ਰਾਈਮ ਮਿਨਿਸਟਰ ਇੰਡੀਆ 'ਚ ਬਦਲੇ ਜਾਂ ਇੰਗਲੈਂਡ ਦੇ ਵਿੱਚ ਬਦਲੇ, ਕਿਉਂਕਿ ਇੰਡੀਆ ਇੱਕ ਵੱਡੀ ਇਕਨੋਮੀ ਹੈ ਔਰ ਸਾਡੀ ਇਕਨੋਮੀ ਕਾਫੀ ਜ਼ਿਆਦਾ ਇੰਗਲੈਂਡ ਦੇ ਨਾਲ ਜੁੜੀ ਹੋਈ ਹੈ ਸ਼ੁਰੂ ਤੋਂ ਹੀ। ਉਹਨੂੰ ਹੋਰ ਜ਼ਿਆਦਾ ਨਵਾਂ ਆਯਾਮ ਦੇਣਾ ਜਾਂ ਨਵੀਂ ਉਹਦੇ ਵਿੱਚ ਇੰਟੈਂਸਿਟੀ ਲਿਆਉਣਾ, ਇਹ ਮਜਬੂਰੀ ਹੈ ਇੰਗਲੈਂਡ ਦੀ ਵੀ ਤੇ ਇੰਡੀਆ ਦੀ ਵੀ, ਔਰ ਉਹ ਹੋ ਕੇ ਰਹੇਗੀ। ਉਹਦੇ ਵਿੱਚ ਚਾਹੇ ਰਿਸ਼ੀ ਸੁਨਕ ਆਵੇ ਜਾਂ ਜਾਵੇ, ਚਾਹੇ ਪ੍ਰਧਾਨ ਮੰਤਰੀ ਮੋਦੀ ਰਹੇ ਜਾਂ ਕੋਈ ਹੋਰ ਆਵੇ, ਇਹ ਤਾਂ ਚੱਲਦੀ ਰਹਿਣੀ ਹੈ ਕਿਉਂਕਿ ਇਹ ਦੋ ਕੰਟਰੀਜ਼ ਦੀ ਆਪਸ ਦੇ ਵਿੱਚ ਹੈ। ਹਾਂ, ਥੋੜਾ ਬਹੁਤ ਜਿਹਨੂੰ ਕਹਿੰਦੇ ਟਿਲਟ ਹੋ ਸਕਦਾ ਹੈ, ਲੇਕਿਨ ਇਹ ਨਹੀਂ ਹੈ ਕੋਈ ਬਹੁਤ ਰੈਡੀਕਲ ਸ਼ਿਫਟ ਹੋ ਜਾਏਗੀ ਬ੍ਰਿਟਿਸ਼ ਫੋਰਨ ਪਾਲਿਸੀ ਦੇ ਵਿੱਚ ਇੰਡੀਆ ਦੇ ਪ੍ਰਤੀ, ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਕੋਈ ਵੀ ਪ੍ਰਾਈਮ ਮਿਨਿਸਟਰ, ਕੋਈ ਵੀ ਪਾਲਿਸੀ ਮੇਕਰ ਆਪਣੀ ਕੁਰਸੀ ਦੀਆਂ ਜਿਹੜੀਆਂ ਪੋਜੀਸ਼ਨ ਹੁੰਦੀ ਹੈ, ਪਾਵਰ ਹੁੰਦੀਆਂ, ਉਹਦੀਆਂ ਲਿਮਿਟੇਸ਼ਨਸ ਹੁੰਦੀਆਂ, ਉਹਦੇ ਨਾਲ ਜੁੜਿਆ ਹੁੰਦਾ ਹੈ। ਆਪ ਹੁਦਰਾ ਹੋ ਕੇ ਕੋਈ ਕੰਮ ਨਹੀਂ ਕਰਦਾ। ਪ੍ਰਧਾਨ ਮੰਤਰੀ ਨੂੰ ਵੀ ਡਿਫਰੈਂਟ ਮਹਿਕਮੇ, ਡਿਫਰੈਂਟ ਥਿੰਕ ਟੈਂਕ ਜਿਹੜੇ ਹੈਗੇ ਆ ਉਹ ਗਾਈਡ ਕਰਦੇ ਆ, ਉਹਦੇ ਮੁਤਾਬਕ ਪਾਲਿਸੀ ਬਣਦੀ ਹੈ। ਪਾਲਿਸੀ ਕਿਸੇ ਇੱਕ ਵਿਅਕਤੀ ਦੀ ਬਣੀ ਹੋਈ ਨਹੀਂ। ਹੈਲੋ, ਇਹੀ ਨਵੀਆਂ ਪਾਲਿਸੀਜ਼ ਬਣਾਉਣੀਆਂ ਪੈਣਗੀਆਂ। ਤੇ ਪ੍ਰੋਫੈਸਰ ਸਾਹਿਬ, ਇਹਦੇ ਨਾਲ ਹੀ ਜੁੜਿਆ ਹੋਇਆ ਸਵਾਲ ਹੈਗਾ ਹੈ ਕਿ ਜਿਸ ਤਰ੍ਹਾਂ ਇੰਗਲੈਂਡ ਉਹ ਕੰਟਰੀ ਸੀ ਜਿੱਥੇ ਸਭ ਤੋਂ ਵੱਧ ਜਿਹੜਾ ਉੱਥੋਂ ਦੇ ਜਿਹੜੇ ਗੋਰੇ ਵਾਸੀ ਸੀਗੇ ਉਹਨਾਂ ਦੇ ਵਿੱਚ ਨਸਲਵਾਦ ਦਾ ਜਿਹੜਾ ਬਹੁਤ ਵੱਡਾ ਪ੍ਰਭਾਵ ਸੀਗਾ, ਔਰ ਨਸਲੀ ਪੱਖ ਤੋਂ ਉਹਨਾਂ ਦਾ ਜਿਸ ਤਰ੍ਹਾਂ ਦਾ ਵਤੀਰਾ ਜਦੋਂ ਉਹਨਾਂ ਦੀ ਹਿੰਦੁਸਤਾਨ 'ਚ ਹਕੂਮਤ ਸੀ ਉਸ ਸਮੇਂ ਸੀ, ਜਿਸ ਤਰ੍ਹਾਂ ਉਦੋਂ ਕਿਹਾ ਜਾਂਦਾ ਸੀਗਾ ਕਿ ਇੰਡੀਅਨ ਤਾਂ ਉਹਨਾਂ ਦੇ ਜਿਹੜੇ ਕਲੱਬ ਰੈਸਟੋਰੈਂਟ ਆ ਉਹਨਾਂ 'ਚ ਜਾ ਤੱਕ ਨਹੀਂ ਸੀ ਸਕਦੇ, ਤਾਂ ਹੁਣ ਵੀ ਉੱਥੇ ਉਸ ਤਰ੍ਹਾਂ ਦੀ ਸਥਿਤੀ ਅਜੇ ਵੀ ਉਹਨਾਂ ਦੇ ਮਨਾਂ ਵਿੱਚ ਹੈਗੀ ਹੈ। ਤਾਂ ਉਸ ਸਥਿਤੀ ਦੇ ਵਿੱਚ ਇਸ ਨੂੰ ਤੁਸੀਂ ਸਾਰੇ ਵਰਤਾਰੇ ਨੂੰ ਜਾਂ ਰਿਸ਼ੀ ਦੇ ਜਿਹੜੇ ਪ੍ਰਧਾਨ ਮੰਤਰੀ ਬਣਨ ਦਾ ਜਿਹੜਾ ਇਹ ਵਾਪਰਿਆ ਹੈਗਾ, ਇਸ ਦੇ ਪਿੱਛੇ ਮੁੱਖ ਕਾਰਨ ਤੁਸੀਂ ਕੀ ਦੇਖ ਰਹੇ ਹੋ? ਦੇਖੋ, ਜਿਹੜਾ ਤੁਸੀਂ ਕਿਹਾ ਕਿ ਇੰਡੀਆ ਦੇ ਵਿੱਚ ਉਹ ਕਲੱਬਾਂ 'ਚ ਨਹੀਂ ਜਾਣ ਦਿੰਦੇ ਸੀਗੇ ਤੇ ਵਗੈਰਾ, ਉਸ ਵੇਲੇ ਉਹ ਸ਼ਾਸਕ ਥੇ, ਅਸੀਂ ਗੁਲਾਮ ਥੇ, ਔਰ ਇੰਡੀਆ ਦੇ ਵਿੱਚ ਜੋ ਕਰ ਗਏ ਉਹ ਐਗਜ਼ੈਕਟਲੀ ਇਨ ਬਿਨ ਜਿਹੜਾ ਹੈਗਾ ਉਹ ਇੰਗਲੈਂਡ ਦੇ ਵਿੱਚ ਨਹੀਂ ਹੋ ਸਕਦਾ। ਲੇਕਿਨ ਇਹ ਜ਼ਰੂਰ ਹੈਗਾ ਕਿ ਨਸਲਵਾਦ ਇੰਗਲੈਂਡ ਦੇ ਵਿੱਚ ਅੱਜ ਵੀ ਹੈ, ਉਹਦੀ ਤੀਬਰਤਾ ਚਾਹੇ ਘਟੀ ਹੋਵੇ, ਲੇਕਿਨ ਅੱਜ ਵੀ ਆਪਾਂ ਦੇਖਦੇ ਹਾਂ। ਫॉर एग्जांपल ਜ਼ਿਆਦਾਤਰ ਜਿਹੜੇ ਇੰਡੀਅਨ ਮੂਲ ਦੇ ਲੋਕ ਹੈ ਉਹ ਹੁਣ ਵੀ ਲੰਡਨ ਦੇ ਆਲੇ ਦੁਆਲੇ ਹੀ ਰਹਿੰਦੇ ਆ, ਜਿਵੇਂ ਕਿ ਹੈਰੋ ਵਗੈਰਾ ਹੈਗੇ ਆ,
ਸਾਊਥ ਹਾਲ ਹੈ, ਅਗਰ ਤੁਸੀਂ ਜਾਂ ਲਿਸੈਸਟਰ ਹੈ, ਬਾਕੀ ਜਗ੍ਹਾ ਦੇ ਉੱਪਰ ਰੂਰਲ ਪਾਪੂਲੇਸ਼ਨ ਬਿਲਕੁਲ ਨਹੀਂ ਹੈ, ਅਰਬਨ ਹੀ ਜ਼ਿਆਦਾਤਰ ਹੈਗੇ ਆ, ਲੇਕਿਨ ਸਾਰੇ ਪੜ੍ਹੇ ਲਿਖੇ ਹੈ ਇਨ ਦਾ ਸੈਂਸ ਕਿ 12% ਜਿਹੜੇ ਹੈਗੇ ਆ ਉਹ ਡਾਕਟਰਸ ਇੰਗਲੈਂਡ ਦੇ ਵਿੱਚ ਇੰਡੀਅਨਸ ਹੈ। ਇਹ ਬਹੁਤ ਜੀ ਵੱਡੀ ਉਹ ਹੈਗੀ ਹੈ। ਕ੍ਰਾਈਮ ਦੇ ਵਿੱਚ ਤੁਸੀਂ ਬਹੁਤ ਘੱਟ ਹੋ। ਇਹ ਸਾਰੀਆਂ ਚੀਜ਼ਾਂ ਮੈਟਰ ਤਾਂ ਕਰਦੀਆਂ ਔਰ ਇਹ ਇੱਕ ਪੋਜ਼ਿਟਿਵ ਮੈਸੇਜ ਤਾਂ ਦਿੰਦੀਆਂ, ਲੇਕਿਨ ਐਟ ਦਾ ਸੇਮ ਟਾਈਮ ਅਗਰ ਆਪਾਂ ਇਹ ਕਹੀਏ ਕਿ ਰਿਸ਼ੀ ਸੂਨਕ ਦੇ ਬਣਨ ਦੇ ਨਾਲ ਜਿਹੜਾ ਨਸਲਵਾਦ ਦੀ ਭਾਵਨਾ ਹੈਗੀ ਆ ਉਹ ਸਮਾਜ ਦੇ ਵਿੱਚੋਂ ਖਤਮ ਹੋ ਜਾਏਗੀ, ਬਿਲਕੁਲ ਹੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਮੈਂ ਦੱਸਦਾ ਤੁਹਾਨੂੰ ਕਿ ਰਿਸ਼ੀ ਸੂਨਕ ਦੇ ਬਣਨ ਨਾਲ ਬਲਕਿ ਹੋਰ ਜ਼ਿਆਦਾ ਜ਼ਿੰਮੇਵਾਰੀ ਆ ਜਾਏਗੀ ਰਿਸ਼ੀ ਸੂਨਕ ਦੇ ਉੱਪਰ ਖੁਦ, ਕਿ ਉਹ ਕਿਸ ਤਰੀਕੇ ਦੇ ਨਾਲ ਇਹਨੂੰ ਨਸਲਵਾਦ ਨੂੰ ਘਟਾਉਣ ਦੇ ਵਿੱਚ ਮਦਦ ਕਰਦੇ ਆ। ਐਟ ਦਾ ਸੇਮ ਟਾਈਮ ਮੈਂ ਰੀਟਰੇਟ ਇਹ ਗੱਲ ਦੁਬਾਰਾ ਕਹਾਂਗਾ ਕਿ ਰਿਸ਼ੀ ਸੂਨਕ ਕੋ ਲੋਕਾਂ ਦਾ ਮੈਂਡੇਟ ਨਹੀਂ ਹੈ, ਇਹ ਤਾਂ ਪਾਰਟੀ ਦੇ ਵਿਦਨ ਪਾਰਟੀ ਜਿਹੜੀਆਂ ਪਾਵਰ ਸਟਰਗਲ ਚੱਲ ਰਹੀ ਹੈ ਉਹਦੀ ਬਾਈ ਪ੍ਰੋਡਕਟ ਹੈਗੇ ਆ। ਇਹ ਨਹੀਂ ਹੈ ਵੀ ਜਨਤਾ ਨੇ ਉਹਨਾਂ ਦੇ ਨਾਂ ਤੇ ਟੋਰੀ ਪਾਰਟੀ ਨੂੰ ਮੈਂਡੇਟ ਦਿੱਤੀ ਹੋਵੇ, ਵੋਟਾਂ ਪਾਈਆਂ ਹੋਣ ਔਰ ਪ੍ਰਧਾਨ ਮੰਤਰੀ ਤਾਂ ਬਣੇ ਹੋਣ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਇਸ ਕਰਕੇ ਇਹ ਪੜ੍ਹਨਾ ਕਿ ਜੀ ਇਹਦੇ ਨਾਲ ਨਸਲਵਾਦ ਉੱਥੇ ਖਤਮ ਹੋ ਗਿਆ ਜਾਂ ਉਹਨੂੰ ਨੱਥ ਪੈ ਜਾਏਗੀ, ਉਹ ਸਮਾਜ ਦਾ ਪਾਰਟ ਹੈ। ਉਹ ਜਦ ਤੱਕ ਸਮਾਜ ਦਾ ਵਤੀਰਾ, ਲੋਕਾਂ ਦਾ ਵਤੀਰਾ ਨਹੀਂ ਬਦਲੇਗਾ ਉਸ ਵੇਲੇ ਤੱਕ ਨਹੀਂ ਹੁੰਦਾ। ਇੱਕ ਵਿਅਕਤੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਹਜੇ ਇਹ ਵੀ ਦੇਖਣਾ ਵੀ ਉਹ ਕਿਸ ਤਰੀਕੇ ਦੇ ਨਾਲ ਉਹ ਚੱਲਦਾ ਹੈ, ਕਿੰਨਾ ਕਾਮਯਾਬ ਹੁੰਦਾ ਹੈ ਜਾਂ ਨਹੀਂ ਹੁੰਦਾ। ਉਸ ਤੋਂ ਬਾਅਦ ਹੀ ਆਪਾਂ ਕੋਈ ਫੈਸਲਾ ਲੈ ਸਕਦੇ ਹਾਂ। ਕੋਈ ਬਹੁਤ ਜ਼ਿਆਦਾ ਰੈਡੀਕਲ ਸ਼ਿਫਟ ਜਾਂ ਚੇਂਜ ਮੈਂ ਐਕਸਪੈਕਟ ਨਹੀਂ ਕਰਦਾ। ਇਹ ਜਿਸ ਤਰ੍ਹਾਂ ਉਹਨਾਂ ਨੇ ਪ੍ਰੋਫੈਸਰ ਕਿਹਾ ਹੈਗਾ ਰਿਸ਼ੀ ਸੂਨਕ ਨੇ ਆਪ, ਕਿ ਉਹਨਾਂ ਦਾ ਜਿਹੜਾ ਮੁੱਖ ਏਜੰਡਾ ਹੈਗਾ ਉਹ ਦੇਸ਼ ਦੇ ਅੰਦਰ ਆਰਥਿਕ ਸਥਿਰਤਾ ਤੇ ਦੇਸ਼ ਦੀ ਯੂਨਿਟੀ ਜਾਂ ਦੇਸ਼ ਦੀ ਇਕਜੁੱਟਤਾ ਲਈ ਕੰਮ ਕਰਨਾ ਹੋਏਗਾ, ਉਹਨਾਂ ਦੀ ਪ੍ਰਾਥਮਿਕਤਾ ਉਹ ਹੋਏਗੀ। ਤੇ ਕੀ ਲੱਗਦਾ ਹੈ ਕਿ ਜਿਸ ਕਲਾਸ ਦੇ ਵਿੱਚੋਂ ਉਹ ਆਏ ਨੇ ਜਾਂ ਜਿਸ ਕਲਾਸ ਨਾਲ ਉਹ ਸੰਬੰਧਿਤ ਨੇ, ਉਸ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਉੱਥੋਂ ਦੇ ਲੋਕਾਂ ਦੇ ਲਈ ਕਿੰਨਾ ਕੁ ਚੰਗਾ ਸਮਾਜਿਕ ਤੌਰ ਤੇ ਉਹਨਾਂ ਦਾ ਰੁਤਬਾ ਵਧਾ ਸਕਦੇ ਆ, ਉਹਨਾਂ ਦੀ ਆਰਥਿਕ ਹਾਲਤ ਠੀਕ ਕਰਨ 'ਚ ਮਦਦ ਮਿਲੇਗੀ ਉੱਥੋਂ ਦੇ ਲੋਕਾਂ ਨੂੰ? ਦੇਖੋ ਇਹ ਇਲਜ਼ਾਮ ਰਿਸ਼ੀ ਸੂਨਕ ਦੇ ਉੱਪਰ ਤੇ ਉਹਨਾਂ ਦੀ ਪਤਨੀ ਦੇ ਉੱਪਰ ਲੱਗਦਾ ਹੈ ਕਿ ਐਲੀਟਿਸਟ ਹੈ। ਉਹ ਹਮੇਸ਼ਾ ਕਿਉਂਕਿ ਖੁਦ ਕਾਰਪੋਰੇਟ ਨੂੰ ਬਿਲੋਂਗ ਕਰਦੇ ਹੈ, ਉਹ ਇੰਗਲੈਂਡ ਦੇ 222ਵੇਂ ਰਿਚੈਸਟ ਕਪਲ ਹੈਗਾ, ਇਸ ਕਰਕੇ ਉਹ ਆਮ ਆਦਮੀ ਦੀ ਗੱਲ ਨਹੀਂ ਸੋਚ ਸਕਦੇ। ਇਹ ਉਹਨਾਂ ਪਰ ਇਲਜ਼ਾਮ ਜਿਹੜਾ ਹੈਗਾ ਉਹਨਾਂ ਦੇ ਵਿਰੋਧੀਆਂ ਵੱਲੋਂ ਲੱਗਦਾ ਹੈ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਇੰਗਲੈਂਡ ਦੀ ਜਿਹੜੀ ਆਰਥਿਕ ਹਾਲਤ ਇਸ ਵੇਲੇ ਹੈਗੀ ਹੈ ਉਸ ਨੂੰ ਸਾਹਮਣੇ ਰੱਖਦੇ ਹੋਏ ਉਹਨਾਂ ਨੂੰ ਇਸ ਤਰ੍ਹਾਂ ਦੀ ਪਾਲਿਸੀਜ਼ ਬਣਾਉਣੀਆਂ ਪੈਣਗੀਆਂ ਕਿ ਕਾਮਨ ਮੈਨ ਨੂੰ ਫਾਇਦਾ ਹੋਵੇ। ਕਿਉਂਕਿ ਜਿਹੜੀ ਕਾਸਟ ਆਫ ਲਿਵਿੰਗ ਹੈ, ਜਿਹਦੇ ਅਗੇਂਸਟ ਕਾਫੀ ਜ਼ਿਆਦਾ ਉਹਦੀ ਵੱਧਦੀ ਹੋਈ ਕਾਸਟ ਦੇ ਅਗੇਂਸਟ ਕਾਫੀ ਜ਼ਿਆਦਾ ਉੱਥੇ ਪ੍ਰਦਰਸ਼ਨ ਵੀ ਹੁੰਦੇ ਰਹਿੰਦੇ ਹੈ ਔਰ ਉਹ ਪ੍ਰਦਰਸ਼ਨ ਹੋਰ ਜ਼ਿਆਦਾ ਹੋ ਰਹੇ ਹੈ ਇਸ ਕਰਕੇ ਕਿਉਂਕਿ ਤੁਸੀਂ ਕਾਫੀ ਜ਼ਿਆਦਾ ਏਡ ਯੂਕਰੇਨ ਨੂੰ ਦੇ ਰਹੇ ਹੋ ਉਹਨਾਂ ਦੀ ਜੰਗ ਦੇ ਵਿੱਚ ਔਰ ਇੱਧਰ ਆਪਣੀ ਹਾਲਤ ਆਰਥਿਕ ਪਤਲੀ ਹੋਈ ਪਈ ਹੈ। ਉਸ ਸਿਚੁਏਸ਼ਨ ਦੇ ਵਿੱਚ ਤੁਹਾਡਾ ਜਿਹੜਾ એનર્ਜੀ ਕ੍ਰਾਈਸਿਸ ਹੈ ਉਹ ਕਾਫੀ ਜ਼ਿਆਦਾ ਵੱਧ ਗਿਆ। ਪੈਟਰੋਲ ਡੀਜ਼ਲ ਔਰ ਦੂਸਰੀਆਂ ਚੀਜ਼ਾਂ ਦੇ ਰੇਟ ਬਹੁਤ ਜ਼ਿਆਦਾ ਮਹਿੰਗੇ ਹੋ ਗਏ ਹੈ, ਕਾਸਟ ਆਫ ਲਿਵਿੰਗ ਬਹੁਤ ਮਹਿੰਗਾ ਹੋ ਗਿਆ। ਉਹਨੂੰ ਕਿਸ ਤਰੀਕੇ ਦੇ ਨਾਲ ਠੱਲ ਪਾਉਂਦੇ ਹੈ ਰਿਸ਼ੀ ਸੁਨਕ, ਕਿ ਕਿਸ ਤਰੀਕੇ ਦੇ ਨਾਲ ਆਮਦਨੀ ਵੱਧਦੀ ਹੈ ਤੇ ਖਰਚ ਘਟਦੇ ਹੈ, ਜਾਂ ਜਿਹੜਾ एनर्जी क्राइसिस है या दूसरे ਜਿਹੜੇ क्राइसिस यूक्रेन वॉर करके सामने आ रहे हैं या ਜਿਹੜਾ स्ट्रेटजिक रीथिंकिंग है इंग्लैंड ਦੀ ਨੈਟੋ ਨੂੰ ਲੈ ਕੇ ਔਰ ਯੂਰਪੀਅਨ ਜਿਹੜੀ ਹੈਗੀ ਹੈ ਸਟ੍ਰੈਟਜਿਕ ਫਰੰਟ ਨੂੰ ਲੈ ਕੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਤਾਂ ਆਉਣ ਵਾਲੇ ਦਿਨਾਂ 'ਚ ਕਲੀਅਰ ਹੋਣਗੀਆਂ। ਕੁਝ ਦਿਨ ਹੋਰ ਦਿਓ, ਉਸ ਤੋਂ ਬਾਅਦ ਆਪਾਂ ਹੋ ਸਕਦਾ ਫੇਰ ਡਿਸਕਸ਼ਨ ਕਰੀਏ ਇਸੇ ਇਸ਼ੂ ਦੇ ਉੱਪਰ। ਲੇਕਿਨ ਡੈਫੀਨੇਟਲੀ ਇਹ ਇੱਕ ਇਤਿਹਾਸਕ ਚੀਜ਼ ਹੈ ਕਿ ਇੱਕ ਨॉन ਬ੍ਰਿਟਿਸ਼ ਨॉन ਗੋਰਾ ਜਿਹੜਾ ਹੈਗਾ ਉਹ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਔਰ ਲੋਕਾਂ ਨੇ ਉਹਨਾਂ ਨੂੰ ਲੋਕਾਂ ਨੇ ਜਾਂ ਇਹ ਕਹਿ ਦਿਓ ਕਿ ਉੱਥੇ ਦੇ ਜਿਹੜੇ ਰਿਪਰੈਜ਼ੈਂਟੇਟਿਵ ਹੈ ਇਲੈਕਟਿਡ, ਉਹਨਾਂ ਨੇ ਉਹਨੂੰ ਐਕਸੈਪਟ ਕੀਤਾ। ਜੀ ਲੇਕਿਨ ਲੋਕਾਂ ਦੇ ਮਨ ਦੇ ਵਿੱਚ ਕੁਝ ਵੀ ਹੋਵੇ, ਲੇਕਿਨ ਇਹ ਨਹੀਂ ਕਿਹਾ ਕਿਸੇ ਨੇ ਕਿ ਮੈਂ ਸਿਰ ਮੁੰਡਵਾ ਦੂੰਗਾ, ਮੈਂ ਸੁਸਾਈਡ ਕਰ ਲੂੰਗਾ ਜੇ ਨॉन ਗੋਰਾ ਪ੍ਰਧਾਨ ਮੰਤਰੀ ਬਣਿਆ, ਜਿਵੇਂ ਕਿ ਆਪਣੇ ਹੋਇਆ ਸੀਗਾ ਜਿਸ ਵੇਲੇ ਸੋਨੀਆ ਗਾਂਧੀ ਨੂੰ ਨੋਮੀਨੇਟ ਕੀਤਾ ਸੀਗਾ ਕਿ ਪ੍ਰਧਾਨ ਮੰਤਰੀ ਬਣੀ ਹੈ ਤਾਂ ਸੁਸ਼ਮਾ ਸਵਰਾਜ ਨੇ ਕਿਹਾ ਜੀ ਕਿ ਮੈਂ ਤਾਂ ਸਿਰ ਮੁੰਡਵਾ ਦੂੰ, ਕਿਸੇ ਨੇ ਕਿਹਾ ਮੈਂ ਇਹ ਕਰ ਦੂੰ। ਉਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ।
ਇਟ ਮੀਨਸ ਕਿ ਉਹ ਜਿਹੜੀ ਲੈਵਲ ਹੈ ਟੋਲਰੈਂਸ ਉਹ ਤਾਂ ਉੱਥੇ ਹੈ, ਬੇਸ਼ੱਕ ਮਨ ਦੇ ਵਿੱਚ ਕੁਝ ਵੀ ਲੂਰੀਆਂ ਵਗਦੀਆਂ ਹੋਣ, ਲੇਕਿਨ ਇਸ ਗੱਲੋਂ ਅਗਰ ਆਪਾਂ ਦੇਖੀਏ ਤਾਂ ਇੱਕ ਐਕਸੈਪਟੇਬਿਲਿਟੀ ਉੱਥੇ ਦੀ ਪੋਲਿਟਿਕਸ ਨੇ ਦਿਖਾਈ ਹੈ ਇੱਕ ਨੌਨ ਵਾਈਟ ਨੂੰ, ਔਰ ਉੱਥੇ ਦੇ ਜਿਹੜਾ ਕਿੰਗ ਹੈ ਕਿੰਗ ਚਾਰਲਸ ਉਹਨੇ ਉਹਨਾਂ ਨੂੰ ਡੈਜ਼ਿਗਨੇਟ ਕਰਤਾ ਹੈ। ਇਟ ਮੀਨਸ ਕਿ ਹੁਣ ਉਹਨਾਂ ਦਾ ਬਣਨਾ ਤੈਅ ਹੈ, ਔਰ ਮੈਂ ਉਹਨਾਂ ਦੀਆਂ ਸਪੀਚਸ ਵਗੈਰਾ ਫੋਲੋ ਕਰ ਰਿਹਾ ਰਿਸ਼ੀ ਸੁਨਕ ਦੀਆਂ ਇਹਨਾਂ ਦਿਨਾਂ ਦੇ ਵਿੱਚ, ਤਾਂ ਉਹਨਾਂ ਪਰ ਸਭ ਤੋਂ ਵੱਡਾ ਜਿਹੜਾ ਹੈਗਾ ਉਹ ਮਸਲਾ ਉਹੀ ਕ੍ਰਾਈਸਿਸ, ਆਰਥਿਕ ਕ੍ਰਾਈਸਿਸ ਹੈ, ਉਹਨੂੰ ਹੱਲ ਕਿਵੇਂ ਕਰਦੇ ਆ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਵੈਸੇ ਉੱਥੇ ਜਿਸ ਤਰ੍ਹਾਂ ਜਿਹੜੀਆਂ ਵਿਰੋਧੀ ਪਾਰਟੀਆਂ ਜੋ ਕੁਝ ਪਿਛਲੇ ਲਗਭਗ ਸਾਲਾਂ 'ਚ 2 ਸਾਲਾਂ 'ਚ ਵਾਪਰਿਆ ਹੈਗਾ, ਖਾਸ ਕਰਕੇ ਜਦੋਂ ਯੂਰਪੀਅਨ ਯੂਨੀਅਨ ਤੋਂ ਬਾਹਰ ਆਇਆ ਇੰਗਲੈਂਡ, ਤਾਂ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਜਿਸ ਢੰਗ ਨਾਲ ਰਾਜਸੀ ਅਸਥਿਰਤਾ ਉੱਥੇ ਵਧੀ, ਆਰਥਿਕ ਸਥਿਰਤਾ ਉੱਥੇ ਵਧੀ, ਤਾਂ ਇਹ ਵੀ ਉੱਥੇ ਜਿਹੜੀਆਂ ਰਿਪੋਰਟਾਂ ਹੈਗੀਆਂ ਕਿ ਉੱਥੇ ਇਸ ਨਾਲ ਲੇਬਰ ਪਾਰਟੀ ਨੂੰ ਬੜੀ ਮਜ਼ਬੂਤੀ ਮਿਲੀ ਹੈ। ਤੇ ਉੱਥੇ ਇਸ ਵੇਲੇ ਇਸ ਸਥਿਤੀ ਦੇ ਵਿੱਚ ਲੇਬਰ ਪਾਰਟੀ ਜਿਹੜੀ ਹੈ, ਸਕਾਟਿਸ਼ ਨੈਸ਼ਨਲ ਸਕਾਟਿਸ਼ ਪਾਰਟੀ ਹੈ, ਜਿਹੜੀ ਹੈ ਡੈਮੋਕ੍ਰੈਟਿਕ ਲਿਬਰਲ ਪਾਰਟੀ ਹੈਗੀ ਹੈ, ਗ੍ਰੀਨ ਪਾਰਟੀ ਹੈ, ਉਹ ਸਾਰੀਆਂ ਪਾਰਟੀਆਂ ਇਹ ਮੰਗ ਕਰ ਰਹੀਆਂ ਕਿ ਇਸ ਦੀ ਥਾਂ ਦੇ ਉੱਤੇ ਦੇਸ਼ ਦੇ ਅੰਦਰ ਆਮ ਚੋਣਾਂ ਕਰਵਾਈਆਂ ਜਾਣ ਤਾਂ ਜੋ ਲੋਕ ਆਪਣਾ ਜਿਹੜਾ ਹੈ ਨੁਮਾਇੰਦੇ ਦੁਬਾਰਾ ਚੁਣ ਸਕਣ ਇਸ ਸਥਿਤੀ ਦੇ ਵਿੱਚ। ਔਰ ਇੱਕ ਪੱਖ ਤਾਂ ਇਹ ਹੈਗਾ, ਔਰ ਦੂਸਰਾ ਇਹਦੇ ਨਾਲ ਹੀ ਜੁੜਿਆ ਹੈਗਾ ਕਿ ਜਿਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਹੈਗਾ, ਤਾਂ ਜਿਹੜੇ ਸਕਾਟਲੈਂਡ ਵਾਲੇ ਆ ਉਹ ਵੱਖਰੀ ਰਾਇਸ਼ੁਮਾਰੀ ਦੀ ਮੰਗ ਕਰਨ ਵੱਲ ਵੀ ਗੱਲ ਚੱਲ ਰਹੀ ਹੈ। ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਏਦਾਂ ਹੈ, 2-3 ਇਸ਼ੂ ਇਹਦੇ ਵਿੱਚ ਹੈਗੇ ਆ। ਪਹਿਲੀ ਤਾਂ ਇਸ਼ੂ ਹੈਗਾ ਕਿ ਜਿਸ ਵੇਲੇ ਬ੍ਰੈਕਸਿਟ ਦੇ ਉੱਪਰ ਵੋਟ ਪਈ ਹੈ ਤਾਂ ਰਿਸ਼ੀ ਸੁਨਕ ਉਹਦੇ ਪੂਰੇ ਪੱਖਧਰ ਸੀਗੇ ਬ੍ਰੈਕਸਿਟ ਦੇ, ਔਰ ਬ੍ਰੈਕਸਿਟ ਹੋਣ ਤੋਂ ਬਾਅਦ ਜਿਸ ਵੇਲੇ ਤੁਸੀਂ ਉਹਨੂੰ ਫਾਈਨਲੀ ਬਾਹਰ ਨਿਕਲੇ ਆਏ ਤਾਂ ਪਤਾ ਲੱਗਿਆ ਕਿ ਸਾਡੀ ਆਰਥਿਕ ਸਥਿਰਤਾ ਵੀ ਬੜੀ ਜ਼ਬਰਦਸਤ ਹੋ ਗਈ ਹੈ ਔਰ ਸਾਡੀ ਰਾਜਨੀਤਿਕ ਸਥਿਰਤਾ ਵੀ ਹੋਈ ਹੈ। ਕੁਝ ਲੋਕਾਂ ਨੇ ਇਹ ਵੀ ਮੰਗ ਕੀਤੀ ਕਿ ਬ੍ਰੈਕਸਿਟ ਦੇ ਉੱਪਰ ਦੁਬਾਰਾ ਵੋਟ ਪਾਈ ਜਾਵੇ। ਦੂਸਰੀ ਗੱਲ ਜਿਹੜੀ ਹੈਗੀ ਹੈ, ਤੁਸੀਂ ਸਕਾਟਲੈਂਡ ਵਗੈਰਾ ਦੀ ਗੱਲ ਕੀਤੀ, ਪਹਿਲਾਂ ਵੀ ਇਹਦੇ ਪਰ ਵੋਟ ਪੈ ਚੁੱਕੀ ਹੈ, ਔਰ ਪਹਿਲਾਂ ਵੀ ਚਾਹੇ ਉਹ ਥੋੜੇ ਜਿਹੇ ਉਹਦੇ ਨਾਲ ਜਿਹਨੂੰ ਕਹਿੰਦੇ ਮਾਰਜਨ ਨਾਲ ਇਹ ਹੋਇਆ ਹੋਵੇ, ਲੇਕਿਨ ਉਹ ਇੰਗਲੈਂਡ ਦਾ ਪਾਰਟ ਰਹੇਗਾ। ਬੇਸ਼ੱਕ ਮੰਗ ਉੱਠਦੀ ਰਹੀ ਹੈ ਪਹਿਲਾਂ ਵੀ, ਹੁਣ ਵੀ ਉੱਠ ਰਹੀ ਹੈ। ਤੀਸਰੀ ਜਿਹੜੀ ਸਭ ਤੋਂ ਇੰਪੋਰਟੈਂਟ ਤੁਸੀਂ ਗੱਲ ਕੀਤੀ ਹੈ ਇਸ ਸੈਗਮੈਂਟ ਦੇ ਵਿੱਚ, ਉਹ ਹੈਗੀ ਆ ਕਿ ਜਿਸ ਵੇਲੇ ਕੰਜ਼ਰਵੇਟਿਵ ਪਾਰਟੀ ਨੂੰ ਮੈਜੋਰਟੀ ਮਿਲ ਗਈ ਔਰ ਉਹ ਮੈਜੋਰਟੀ ਦਾ ਜਿਸ ਤਰੀਕੇ ਦੇ ਨਾਲ ਅਸਥਿਰਤਾ ਦੇਸ਼ ਦੇ ਵਿੱਚ ਹੋਈ, ਉਹਦਾ ਇੰਪੈਕਟ ਜਿਹੜਾ ਹੈ, ਉਹਦਾ ਪ੍ਰਭਾਵ ਦੇਸ਼ ਦੇ ਸਮਾਜ ਦੇ ਉੱਪਰ ਔਰ ਆਰਥਿਕ ਅਰਥ ਵਿਵਸਥਾ ਦੇ ਉੱਪਰ ਪਿਆ ਹੈ। ਤਾਂ ਜਿਹੜੀਆਂ ਆਪੋਜੀਸ਼ਨ ਜਾਂ ਵਿਰੋਧੀ ਪੋਲੀਟੀਕਲ ਪਾਰਟੀਆਂ ਹੈ, ਖਾਸ ਤੌਰ ਪਰ ਜਿਹੜੀ ਲੇਬਰ ਪਾਰਟੀ ਹੈ, ਲੇਬਰ ਪਾਰਟੀ ਦਾ ਇਹ ਗੱਲ ਕਹਿਣਾ ਵੇਟ ਐਂਡ ਸੀ ਕਿ ਜ਼ਿਆਦਾ ਦੇਰ ਨਹੀਂ ਚੱਲਣਾ, ਅਲਟੀਮੇਟ ਇਹਦਾ ਜਿਹੜਾ ਹੱਲ ਹੈ ਉਹ ਹੈਗਾ ਕਿ ਤੁਸੀਂ ਲੋਕਾਂ ਦੇ ਵਿੱਚ ਦੁਬਾਰਾ ਜਾਓ, ਦੁਬਾਰਾ ਲੋਕਾਂ ਦੀ ਮੈਂਡੇਟ ਲਵੋ, ਉਹਦੇ ਮੁਤਾਬਕ ਫਿਰ ਆਪਾਂ ਚੱਲਾਂਗੇ ਅੱਗੇ। ਇਸ ਕਰਕੇ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਡੈਫੀਨੇਟਲੀ ਵੇਟ ਕਰ ਰਹੀਆਂ ਕਿ ਕਿਸ ਵੇਲੇ ਇਹ ਜਿਹੜਾ ਹੈਗਾ ਪ੍ਰਾਈਮ ਮਿਨਿਸਟਰ ਇਹ ਵੀ ਗਿਰਦਾ ਹੈ ਆਪਣੇ ਹੀ ਬੋਝ ਦੇ ਨਾਲ, ਤੇ ਅਸੀਂ ਹੋਰ ਜ਼ਿਆਦਾ ਤੀਬਰਤਾ ਦੇ ਨਾਲ ਇਹ ਉਠਾਈਏ ਕਿ ਵੀ ਹੁਣ ਤਾਂ ਹੋਰ ਕੋਈ ਚਾਰਾ ਨਹੀਂ ਹੈ ਸਿਵਾਏ ਇਸ ਦੇ ਕਿ ਜਨਰਲ ਇਲੈਕਸ਼ਨ ਕਰਵਾਇਆ ਜਾਵੇ, ਨਵੀਂ ਲੋਕਾਂ ਤੋਂ ਮੈਂਡੇਟ ਲੈਤੀ ਜਾਵੇ, ਜਿਹੜਾ ਕਿ ਡੈਮੋਕ੍ਰੇਸੀ ਦਾ ਅਸੂਲ ਹੈ, ਉਹਦੇ ਮੁਤਾਬਕ ਫਿਰ ਸਰਕਾਰਾਂ ਅੱਗੇ ਚੱਲਣ। ਤਾਂ ਇਹ ਜਿਹੜਾ ਸਾਰਾ ਵਰਤਾਰਾ ਹੋਇਆ ਹੈ, ਇਹਦੇ ਵਿੱਚ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਉਹ ਪਹਿਲਾਂ ਨਾਲੋਂ ਵੀਕ ਹੋਈ ਹੈ, ਉਹਦੀ ਛਵੀ, ਉਹਦੀ ਇਮੇਜ ਦੁਨੀਆ ਭਰ ਦੇ ਵਿੱਚ ਬਦਨਾਮ ਹੋਈ ਹੈ ਕਿ ਇੰਗਲੈਂਡ ਨੂੰ ਜਾਂ ਯੂਕੇ ਨੂੰ ਇੱਕ ਸਟੇਬਲ ਸਰਕਾਰ ਦੇਣ ਦੇ ਵਿੱਚ ਨਾਕਾਮ ਰਹੀ ਹੈ। ਉਹਦਾ ਖਮਿਆਜ਼ਾ ਅਗਲੇ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਭੁਗਤਣਾ ਪਏਗਾ। ਤਾਂ ਦੂਸਰੀਆਂ ਜਿਹੜੀਆਂ ਪਾਰਟੀਆਂ ਹੈਗੀਆਂ ਉਹ ਇਹ ਮੰਗ ਜਿਹੜੀ ਹੈਗੀ ਲੈ ਕੇ ਅੱਗੇ ਵਧਦੀਆਂ ਰਹਿਣਗੀਆਂ ਕਿ ਦੁਬਾਰਾ ਇਲੈਕਸ਼ਨ ਕਰਵਾਇਆ ਜਾਵੇ, ਲੋਕਾਂ ਦੀ ਮੈਂਡੇਟ ਲੈਤੀ ਜਾਵੇ। ਵੈਸੇ ਪ੍ਰੋਫੈਸਰ ਮੇਰਾ ਆਖਰੀ ਸਵਾਲ, ਆਪਣੇ ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਹੋ ਰਿਹਾ ਹੈ, ਕਿ ਜਿਹੜਾ ਪਿਛਲਾ ਇਤਿਹਾਸ ਹੈ ਉਹਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਸੰਕਟ ਆਉਂਦੇ ਰਹੇ ਹੈ, ਜਿਸ ਤਰ੍ਹਾਂ ਹੁਣ ਆਇਆ, ਜਿਸ ਤਰ੍ਹਾਂ 3 ਪ੍ਰਾਈਮ ਮਿਨਿਸਟਰ ਬਦਲੇ ਹੈ ਔਰ ਉਸ ਦੇ ਵਿੱਚ ਜਿਹੜੀ ਸਥਿਤੀ ਬਣੀ ਹੈ, ਤਾਂ ਉਦੋਂ ਵੀ ਇਸ ਤਰ੍ਹਾਂ ਆਮ ਤੌਰ ਤੇ ਮਹੀਨਾ, 2 ਮਹੀਨੇ, 3 ਮਹੀਨੇ ਵਿੱਚ ਬਹੁਤੀ ਦੇਰ ਸਰਕਾਰਾਂ ਔਰ ਲੰਬੀਆਂ ਚੱਲੀਆਂ ਨਹੀਂ ਹੈ, ਤਾਂ ਚੋਣਾਂ ਹੀ ਕਰਾਉਣੀਆਂ ਪੈਂਦੀਆਂ ਰਹੀਆਂ। ਜੀ ਦੇਖੋ ਏਦਾਂ ਤੁਸੀਂ ਇੱਕ ਇਮੇਜਿਨ ਕਰੋ ਕਿ ਬੋਰਿਸ ਜੌਨਸਨ
ਜਿਹੜੇ ਕਿ ਛੁੱਟੀਆਂ ਮਨਾ ਰਹੇ ਸੀਗੇ ਕਿਤੇ, ਉਹ ਜਿਸ ਵੇਲੇ ਟਰਸਟ ਨੇ ਅਸਤੀਫਾ ਦਿੱਤਾ ਤੇ ਮੈਦਾਨ ਖੁੱਲਾ ਰਹਿ ਗਿਆ ਕਿ ਜੀ ਹੁਣ ਕੌਣ ਬਣੇਗਾ, ਉਹ ਦੁਬਾਰਾ ਆਏ ਇੰਗਲੈਂਡ ਦੇ ਵਿੱਚ। ਆ ਕੇ ਉਹਨਾਂ ਨੇ ਪਹਿਲਾਂ ਇੱਕ ਵਾਰ ਸੋਚਿਆ ਕਿ ਮੈਂ ਵੀ ਆਪਣੀ ਹੈਟ ਰਿੰਗ ਦੇ ਵਿੱਚ ਸਿੱਟਾਂ ਤੇ ਮੈਂ ਦੁਬਾਰਾ ਲੀਡਰਸ਼ਿਪ ਦਾ ਘੋਲ ਘੋਲਾਂ। ਰਿਸ਼ੀ ਸੂਨਕ ਜਿਹੜੇ ਕਿ ਉਹਨਾਂ ਦੇ ਪਹਿਲਾਂ ਸਮਰਥਕ ਸੀਗੇ, ਬਾਅਦ ਦੇ ਵਿੱਚ ਉਹਨਾਂ ਨੂੰ ਕੱਢਣ ਦੇ ਵਿੱਚ ਵੀ ਸਭ ਤੋਂ ਅੱਗੇ ਰਹੇ ਵੀ ਉਹਨਾਂ ਦੇ ਅਗੇਂਸਟ ਲੜਾਂ, ਲੇਕਿਨ ਬਾਅਦ ਦੇ ਵਿੱਚ ਕੁਝ ਸੋਚ ਕੇ ਉਹ ਪਿੱਛੇ ਹਟ ਗਏ। ਜਾਂ ਤਾਂ ਉਹਨਾਂ ਦੇ ਜਿਹੜੇ ਐਡਵਾਈਜ਼ਰ ਸੀਗੇ, ਕਿਉਂਕਿ ਬੋਰਿਸ ਜੌਨਸਨ ਦੀ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਅੱਜ ਵੀ ਅੱਛੀ ਖਾਸੀ ਪੈਠ ਹੈ ਔਰ ਉਹ ਬੰਦੇ ਜਿਹੜੇ ਉਹਨੂੰ ਸਪੋਰਟ ਕਰਨਾ ਚਾਹੁੰਦੇ ਸੀਗੇ, ਉਹ ਅੱਜ ਵੀ ਟਵੀਟਸ ਜਿਹੜੇ ਹੈਗੇ ਉਹਦੇ ਹੱਕ ਦੇ ਵਿੱਚ ਕਰ ਰਹੇ ਹੈ। ਲੇਕਿਨ ਉਹਨਾਂ ਨੇ ਕਿਹਾ ਨਹੀਂ, ਪਿੱਛੇ ਹਟ ਜਾਓ, ਕਿਉਂਕਿ ਉਹਨਾਂ ਨੂੰ ਇਦਾਂ ਲੱਗਿਆ ਕਿ ਸਰਕਾਰ ਜ਼ਿਆਦਾ ਦੇਰ ਚੱਲਣ ਵਾਲੀ ਨਹੀਂ ਹੈ, ਕਿਉਂਕਿ ਹਾਲਾਤ ਜਿਸ ਤਰ੍ਹਾਂ ਦੇ ਬਣ ਰਹੇ ਹਨ, ਇਲੈਕਸ਼ਨ ਆਉਣਾ ਹੀ ਆਉਣਾ, ਉਹਦੇ ਵਿੱਚ ਆਪਾਂ ਦੇਖਾਂਗੇ। ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਪਿੱਛੇ ਰੱਖਣਾ ਹੀ ਇਟ ਮੀਨਸ, ਜਿਹਦਾ ਮਤਲਬ ਇਹ ਹੈਗਾ ਕਿ ਚਾਹੇ 2 ਮਹੀਨੇ ਲਾਓ, ਚਾਹੇ 3 ਮਹੀਨੇ ਲਾਓ, 6 ਮਹੀਨੇ ਲਾਓ, ਲੇਕਿਨ ਇਹ ਹੈਗਾ ਕਿ ਵੀ ਇਹ ਸਰਕਾਰ ਜਿਹੜੀ ਹੈ ਇਹ ਕਾਫੀ ਜ਼ਿਆਦਾ ਕ੍ਰਾਈਸਿਸ ਨਾਲ ਜੂਝੇਗੀ। ਉਹਦੇ ਵਿੱਚੋਂ ਕਾਮਯਾਬ ਹੋ ਪਾਉਂਦੀ ਹੈ ਜਾਂ ਨਹੀਂ ਪਾਉਂਦੀ ਹੈ, ਇਹ ਬਹੁਤ ਵੱਡਾ ਕੁਐਸਚਨ ਮਾਰਕ ਹੈ ਅੱਜ ਦੀ ਡੇਟ ਦੇ ਵਿੱਚ। ਕਿਸ ਤਰੀਕੇ ਦੇ ਨਾਲ ਯੂਕੇ ਨੂੰ ਆਰਥਿਕ ਤੌਰ ਤੇ ਮਜ਼ਬੂਤ ਜਾਂ ਪੋਲੀਟੀਕਲ ਸਟੇਬਿਲਿਟੀ ਦਿੱਤੀ ਜਾ ਸਕਦੀ ਹੈ, ਉਹਦੇ ਵਿੱਚ ਕਿੱਥੇ ਤੱਕ ਕਾਮਯਾਬ ਹੁੰਦੇ ਆ, ਇਹ ਬਹੁਤ ਵੱਡਾ ਕੁਐਸਚਨ ਮਾਰਕ ਹੈ। ਔਰ ਉਹਦਾ ਇੰਪੈਕਟ ਜਿਹੜਾ ਹੈਗਾ ਪੂਰੇ ਵਰਲਡ ਦੇ ਉੱਪਰ ਹੋਏਗਾ, ਵਰਲਡ ਦੀ ਇਕਨੋਮੀ ਤੇ ਹੋਏਗਾ, ਯੂਰਪੀਅਨ ਯੂਨੀਅਨ ਤੇ ਹੋਏਗਾ, ਔਰ ਜਿਹੜੀ ਸਟ੍ਰੈਟੇਜਿਕ ਪੋਜੀਸ਼ਨ ਹੈਗੀ ਹੈ ਨੈਟੋ ਦੀ, ਉਹਦੇ ਉੱਪਰ ਹੋਏਗਾ, ਯੂਕਰੇਨ ਦੇ ਵਾਰ ਦੇ ਉੱਪਰ ਹੋਏਗਾ, ਸਾਰੀਆਂ ਚੀਜ਼ਾਂ ਦੇ ਉੱਪਰ ਇਹਦਾ ਇੰਪੈਕਟ ਹੋਏਗਾ। ਕਿਉਂਕਿ ਇੰਗਲੈਂਡ ਜਿਹੜਾ ਹੈਗਾ ਇੱਕ ਇੰਪੋਰਟੈਂਟ ਕੰਟਰੀ ਹੈ, ਉਹਦੀ ਇੱਕ ਵੱਡੀ ਅਰਥ ਵਿਵਸਥਾ ਹੈਗੀ ਹੈ, ਉਹਨੂੰ ਇਸ ਤਰੀਕੇ ਦੇ ਨਾਲ ਅਨਸਟੇਬਲ ਛੱਡ ਕੇ ਜਾਂ ਉੱਥੇ ਦੀ ਰਾਜਨੀਤੀ ਨੂੰ ਅਨਸਟੇਬਲ ਛੱਡ ਕੇ ਨਹੀਂ ਚੱਲਿਆ ਜਾ ਸਕਦਾ। ਇਹ ਪ੍ਰੋਫੈਸਰ ਸਾਹਿਬ, ਚਲਦੇ ਚਲਦੇ ਇੱਕ ਟਿੱਪਣੀ ਤੁਹਾਡੀ ਮੈਂ ਚਾਹਾਂਗਾ ਕਿ ਜਿਸ ਤਰ੍ਹਾਂ ਉੱਥੋਂ ਦੀ ਜਮਹੂਰੀਅਤ ਦੇ ਬਾਰੇ ਕਿਹਾ ਜਾਂਦਾ ਹੈ, ਔਰ ਜਿਸ ਤਰ੍ਹਾਂ ਉੱਥੋਂ ਦੀ ਜਮਹੂਰੀਅਤ ਨੇ ਹੁਣ ਇੱਕ ਗੈਰ ਗੋਰੇ ਨੂੰ ਆਪਣਾ ਪ੍ਰਾਈਮ ਮਿਨਿਸਟਰ ਬਣਾ ਲਿਆ, ਇਸ ਦੇ ਬਾਰੇ ਕੀ ਤੁਹਾਡੀ ਟਿੱਪਣੀ? ਦੇਖੋ, ਇਹ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਬੇਸ਼ੱਕ ਇਹ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਦੇ ਥਰੂ ਨਹੀਂ, ਜਿਵੇਂ ਕਿ ਮੈਂ ਕਿਹਾ ਕਿ ਕੋਈ ਇਲੈਕਸ਼ਨ ਦੀ ਮੈਂਡੇਟ ਨਹੀਂ ਹੈ, ਵਿਦਿਨ ਪਾਰਟੀ ਜਿਹੜੀਆਂ ਪਾਵਰ ਸਟਰਗਲ ਹੈ ਉਹਦਾ ਪ੍ਰੋਡਕਟ ਹੈਗੇ ਆ ਰਿਸ਼ੀ ਸੂਨਕ। ਲੇਕਿਨ ਐਟ ਦ ਸੇਮ ਟਾਈਮ ਡੈਮੋਕ੍ਰੇਸੀ ਦੀਆਂ ਆਪਣੀਆਂ ਨੁਆਂਸਿਸ ਹੈ, ਔਰ ਉਹਦੇ ਵਿੱਚ ਅਗਰ ਇੱਕ ਇਸ ਤਰ੍ਹਾਂ ਦਾ ਬੰਦੇ ਨੂੰ ਅਪਰਚੁਨਿਟੀ ਮਿਲੀ ਹੈ, ਇਹ ਡੈਮੋਕ੍ਰੇਸੀ ਦੀ ਖੂਬਸੂਰਤੀ ਹੈ। ਔਰ ਇਸ ਚੀਜ਼ ਦੀ ਵਜ੍ਹਾ ਕਰਕੇ ਹੀ ਆਪਾਂ ਕਹਿੰਦੇ ਆ ਕਿ ਚਾਹੇ ਡੈਮੋਕ੍ਰੇਸੀ ਦੇ ਵਿੱਚ 20 ਤਰ੍ਹਾਂ ਦੀਆਂ ਪ੍ਰੋਬਲਮਸ ਹੋਣ, 20 ਤਰ੍ਹਾਂ ਦੀਆਂ ਖਾਮੀਆਂ ਹੋਣ, ਡੈਮੋਕ੍ਰੇਸੀ ਅੱਜ ਵੀ ਸਭ ਤੋਂ ਵਧੀਆ ਕਿਸਮ ਦੀ ਪ੍ਰਣਾਲੀ ਹੈ, ਔਰ ਉਹਦੇ ਦੁਆਰਾ ਬਣਾਈ ਗਈ ਸਰਕਾਰ ਹੀ ਸਮਝ ਲਓ ਲੋਕਾਂ ਦੀ ਰਿਪਰੈਜ਼ੈਂਟੇਟਿਵ ਸਰਕਾਰ ਹੋ ਸਕਦੀ ਹੈ। ਇਸ ਕੰਟੈਕਸਟ ਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਇਹ ਡੈਮੋਕ੍ਰੇਸੀ ਦੀ ਜਿੱਤ ਹੈ। ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ, ਦੋਸਤੋ ਸਾਡੇ ਪ੍ਰੋਗਰਾਮ ਦਾ ਹੁਣ ਸਮਾਂ ਸਮਾਪਤ ਹੋ ਰਿਹਾ, ਤੇ ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ, ਤੇ ਜੇ ਇਸ ਪ੍ਰੋਗਰਾਮ ਦੇ ਬਾਰੇ ਤੁਹਾਡੀ ਕੋਈ ਟਿੱਪਣੀ ਹੋਵੇ, ਇਸ ਚਰਚਾ ਦੇ ਬਾਰੇ ਕੋਈ ਟਿੱਪਣੀ ਹੋਵੇ, ਕੋਈ ਰਾਏ ਹੋਵੇ, ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਦੇ ਸਕਦੇ ਹੋ, ਨਹੀਂ ਤੇ ਸਾਡਾ YouTube ਚੈਨਲ ਦਾ ਜਿਹੜਾ ਕਮੈਂਟ ਬਾਕਸ ਹੈ ਉਹਦੇ ਵਿੱਚ ਜਾ ਕੇ ਆਪਣੀ ਗੱਲ ਕਹਿ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ।